ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਜਦੋਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਹੈ, ਚੋਣਾਂ ਕਰਵਾਉਣ ਦੀ ਹੁੰਦੀ ਹੈ, ਸਿੱਖਾਂ ਦੇ ਧਾਰਮਿਕ ਮਸਲਿਆਂ ਦੀ ਗੱਲ ਹੁੰਦੀ ਹੈ, ਤਾਂ ਇਸ ਦੇ ਵਿਚਾਲੇ ਇੱਕਦਮ ਇੱਕ ਨਵਾਂ ਮੋੜ ਜਿਹੜਾ ਐਦਾਂ ਲਾ ਲਓ ਕਿ ਸਿਆਸੀ ਸਫ਼ਾਂ ਦੇ ਵਿੱਚ ਨਵੀਂ ਚਰਚਾ ਹੁੰਦੀ ਹੈ ਰਾਸ਼ਟਰੀ ਸਿੱਖ ਸੰਗਤ ਦੀ, RSS। ਇਸ ਨੂੰ ਲੈ ਕੇ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਹੁਣ RSS ਕਿੱਥੋਂ ਆ ਗਈ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਦੇ ਲਈ, ਜਾਂ ਉਹਨਾਂ ਨੂੰ ਅਧਿਕਾਰ ਕਿਸ ਨੇ ਦਿੱਤਾ, ਇਸ ਦੇ ਲਈ ਜ਼ਿੰਮੇਵਾਰ ਕੌਣ ਹੈ, ਕੀ ਅਗਲੇ ਸਮੇਂ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਸਿੱਖਾਂ ਦੀ ਅਗਵਾਈ ਕਰੇਗੀ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਵਿਰਸਾ ਸਿੰਘ ਵਲਟੋਹਾ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਨ ਚੈਨਲ ਪੰਜਾਬੀ ਤੇ। ਬਹੁਤ ਮਿਹਰਬਾਨੀ ਜੀ। ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਲਟੋਹਾ ਸਾਹਿਬ, ਜਿਵੇਂ ਕਿ ਮੈਂ ਦੱਸਿਆ, ਰਾਸ਼ਟਰੀ ਸਿੱਖ ਸੰਗਤ, ਪਹਿਲਾਂ ਤਾਂ ਇਹਨਾਂ ਦਾ ਪਿਛੋਕੜ ਦੱਸ ਦਿਓ ਕਿ ਸੰਸਥਾ ਬਣਾਈ ਕਿਸ ਨੇ ਤੇ ਕਿੱਥੋਂ ਪੈਦਾ ਹੋ ਕੇ ਪੰਜਾਬ ਦੇ ਵਿੱਚ ਵਿਚਰ ਰਹੀ ਹੈ। ਦੇਖੋ, ਜਿੱਥੋਂ ਤੱਕ RSS ਦਾ ਸੰਬੰਧ ਹੈ, RSS ਮੁੱਢਲੇ ਰੂਪ 'ਚ ਜੇ ਕਹਿ ਲਈਏ ਕਿ ਉਹਦਾ ਕੇਵਲ ਤੇ ਕੇਵਲ ਇੱਕ ਏਜੰਡਾ ਆ ਹਿੰਦੂਤਵਾ ਦੀ ਗੱਲ ਕਰਨਾ, ਹਿੰਦੂਤਵਾ ਨੂੰ ਪ੍ਰਮੋਟ ਕਰਨਾ, ਹਿੰਦੂ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਹਿੰਦੂ ਰਹੁ ਰੀਤਾਂ ਨੂੰ, ਹਿੰਦੂ ਮਰਿਆਦਾ ਨੂੰ, ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਨੇ ਉਹਨਾਂ ਤੱਕ ਪਹੁੰਚਾਉਣਾ। ਉਹ ਇਸ ਰੂਪ 'ਚ ਉਹ ਇਸ ਏਜੰਡੇ ਨੂੰ ਲੈ ਕੇ ਚੱਲਦੇ ਨੇ। ਤੇ ਜੇ ਆਪਾਂ ਮੋਟੇ ਜਿਹੇ ਰੂਪ 'ਚ ਕਹਿ ਲਈਏ ਕਿ ਜਿਹੜੀ RSS ਹੈ ਉਹ ਹਿੰਦੂ ਧਰਮ ਦੇ ਨਾਲ ਹੀ ਸੰਬੰਧਿਤ ਹੈ, ਹਿੰਦੂ ਧਰਮ ਵਾਸਤੇ ਹੀ ਕੰਮ ਕਰਦੀ ਹੈ। ਪਰ ਚਾਹੇ ਉਹ ਆਪਣੇ ਆਪ ਨੂੰ ਇੱਕ ਸਮਾਜਿਕ ਸੰਗਠਨ ਹੋਣ ਦਾ ਦਾਅਵਾ ਕਰਦੇ ਨੇ, ਉਹ ਕੇਵਲ ਤੇ ਕੇਵਲ ਦਾਅਵਾ ਆ। ਔਰ ਜੋ ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੀ ਦੇਸ਼ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਕੁਰਬਾਨੀ ਨਹੀਂ, ਦੇਸ਼ ਦੀ ਆਜ਼ਾਦੀ ਵਾਸਤੇ ਕੋਈ ਕੁਰਬਾਨੀ ਨਹੀਂ, ਦੇਸ਼ ਦੀ ਬਿਹਤਰੀ ਵਾਸਤੇ ਕੋਈ ਰੋਲ ਨਹੀਂ। ਜੇ ਰੋਲ ਰਿਹਾ ਆ ਤੇ ਕੇਵਲ ਭੜਕਾਹਟ ਪੈਦਾ ਕਰਨ ਦਾ, ਕੜਵਾਹਟ ਪੈਦਾ ਕਰਨ ਦਾ, ਨਫ਼ਰਤ ਪੈਦਾ ਕਰਨ ਦਾ, ਤੇ ਜਿਹੜੀਆਂ ਘੱਟ ਗਿਣਤੀਆਂ ਹਿੰਦੁਸਤਾਨ 'ਚ ਵਸਦੀਆਂ ਨੇ ਉਹਨਾਂ ਨੂੰ ਡਰਾਉਣ ਦਾ, ਧਮਕਾਉਣ ਦਾ ਤੇ ਦਬਾਉਣ ਦਾ ਇਹ ਇਹਨਾਂ ਦਾ ਏਜੰਡਾ ਆ ਹੁਣ ਤੱਕ ਦਾ। ਜੀ ਫਿਰ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਨੂੰ ਕਿੱਦਾਂ ਦੇਖੀਏ। ਤੁਸੀਂ ਦੇਖਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਚਰਚੇ ਚਾਰੇ ਪਾਸੇ ਨੇ, ਭਾਵੇਂ ਕਿ ਤਰੀਕਾਂ ਤੈਅ ਨਹੀਂ, ਪਰ RSS ਕਹਿੰਦੀ ਹੈ ਕਿ ਅਸੀਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦੇ ਲਈ ਤਿਆਰ ਹਾਂ। ਰਾਸ਼ਟਰੀ ਸਿੱਖ ਸੰਗਤ ਇਹ ਗੱਲ ਕਹਿ ਰਹੀ ਹੈ। ਦੇਖੋ, ਪਹਿਲੀ ਤਾਂ ਗੱਲ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਾ RSS ਵੱਲੋਂ ਇਹ ਤੇ ਕਿਧਰੇ ਰਿਹਾ। ਚੋਣਾਂ ਲੜਨ ਬਾਰੇ ਕਹਿਣਾ ਹੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਸ਼ਰਾਰਤ ਹੈ। ਇਹਨੂੰ ਇਹ ਕਿਹਾ ਜਾ ਸਕਦਾ ਕਿ ਕੱਲ ਨੂੰ ਕੋਈ ਮੁਸਲਿਮ ਲੀਗ ਕਹੇ ਕਿ ਮੈਂ ਹਿੰਦੂ ਧਰਮ ਦੇ ਜਿਹੜੇ ਧਾਰਮਿਕ ਸਥਾਨ ਹੈ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਮੈਂ ਅੱਗੇ ਆਉਣਾ। ਇਹ ਕਦੇ ਵੀ ਜਿਹੜਾ ਹਿੰਦੂ ਧਰਮ ਦੇ ਲੋਕ ਨੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸੇ ਤਰ੍ਹਾਂ ਜਿਹੜਾ RSS ਵੱਲੋਂ ਅਜਿਹਾ ਬਿਆਨ ਦੇਣਾ ਹੀ ਆਪਣੇ ਆਪ 'ਚ ਬਹੁਤ ਵੱਡੀ ਸ਼ਰਾਰਤ ਹੈ। ਔਰ ਇਹਦੀ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ। ਔਰ ਸਭ ਤੋਂ ਵੱਡੀ ਤਾਂ ਦੁੱਖ ਵਾਲੀ ਗੱਲ ਇਹੀ ਹੈ ਕਿ RSS ਦੀ ਅੱਜ ਜ਼ਰੂਰਤ ਕਿਵੇਂ ਪੈ ਗਈ ਇਹ ਗੱਲ ਕਹਿਣ ਦੀ। ਸ਼ਾਇਦ ਉਹ ਬਹੁਤ ਵੱਡੀ ਸ਼ਕਤੀ 'ਚ ਨੇ, ਅੱਜ ਦੇਸ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ RSS, ਦੇਸ਼ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਰਾਜਨੀਤਿਕ ਸ਼ਕਤੀ ਉਹਨਾਂ ਦੇ ਕੋਲੇ ਇੱਕ ਤਰ੍ਹਾਂ ਦੀ ਆਪਾਂ ਜੇ ਕਹਿ ਲਈਏ। ਤੇ ਦੂਸਰੇ ਬੰਨੇ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਜਿਹੜੀ ਹੈ ਕਿ ਸਾਡੇ ਹੀ ਲੋਕਾਂ ਵੱਲੋਂ, ਸਿੱਖ ਧਰਮ ਨਾਲ ਸੰਬੰਧਿਤ ਲੋਕਾਂ ਵੱਲੋਂ ਕੇਵਲ ਤੇ ਕੇਵਲ ਰਾਜਨੀਤੀ ਕਰਨ ਲਈ ਜਿਹੜਾ ਮੌਜੂਦਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਵਾਰ-ਵਾਰ ਕੋਈ ਸੱਜਿਓਂ ਕੋਈ ਖੱਬਿਓਂ ਆਪੇ ਹੀ ਬਣਾ ਕੇ ਗੱਲਾਂ ਜੀ, ਜਿਹੜੀ RSS ਹੈ ਜੀ ਉਹ ਤੇ ਇੱਥੇ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਨੀਤੀਆਂ ਚੱਲ ਰਹੀਆਂ ਨੇ ਉਹ ਤੇ RSS ਦੀਆਂ ਚੱਲ ਰਹੀਆਂ ਨੇ। RSS ਘੁਸਪੈਠ ਕਰ ਗਈ ਹੈ ਜੀ, RSS ਚਲਾ ਰਹੀ ਹੈ ਜੀ। ਸ਼ਾਇਦ ਜੇ ਅੱਜ RSS ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਆਗੂ ਸਾਹਿਬਾਨ ਨੇ ਉਹਨਾਂ ਦਾ ਇਹ ਅਜਿਹਾ ਬਿਆਨ ਦੇਣਾ ਸਾਡੇ ਵੱਲੋਂ ਜਿਹੜਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਖੜਾ ਕਰਨ ਵਾਲੀ ਜਿਹੜੀ ਗੱਲ ਕੀਤੀ ਗਈ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੇ ਪਿਓ ਦੀ ਨਹੀਂ, ਸਾਡੇ ਵੱਡ ਵਡੇਰਿਆਂ ਨੇ, ਸਮੁੱਚੀ ਕੌਮ ਦੇ ਉਹਨਾਂ ਸਿੱਦਕੀ ਸਿੱਖਾਂ ਨੇ, ਧਰਮੀ ਸਿੱਖਾਂ ਨੇ, ਯੋਧਿਆਂ ਨੇ ਬੜੀਆਂ ਕੁਰਬਾਨੀਆਂ ਦੇ ਕੇ, ਬੜੀਆਂ ਸ਼ਹੀਦੀਆਂ ਦੇ ਕੇ ਇਹ ਖੜੀ ਕੀਤੀ ਹੈ। ਜੀ ਬਲਟੋਆ ਸਾਹਿਬ, ਤੁਸੀਂ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੂੰ ਸਿੱਖ ਨਹੀਂ ਮੰਨਦੇ? ਉਹ ਤਾਂ ਸਰਦਾਰ ਜਿਹੜੇ ਨੇ ਅਗਵਾਈ ਕਰ ਰਹੇ ਨੇ ਉਹਦੀ। ਦੇਖੋ, ਸਿੱਖ ਹੈ ਕੀ ਹੈ? ਸਤਿਗੁਰੂ ਕਹਿੰਦੇ ਹੈ ਕਿ ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਿਹੜਾ ਵਿਪਰਨ ਕੀ ਰੀਤ ਅਪਣਾਊਗਾ, ਜਿਹੜਾ ਬ੍ਰਾਹਮਣਵਾਦ ਨੂੰ ਅਪਣਾਊਗਾ, ਜਿਹੜਾ ਮਨੂਵਾਦੀ ਸੋਚ ਨੂੰ ਅਪਣਾਊਗਾ, ਜਿਹੜਾ ਸਿੱਖੀ ਰੋਹ ਰੀਤਾਂ ਨੂੰ ਛੱਡ ਕੇ, ਸਿੱਖ ਮਰਿਆਦਾ ਨੂੰ ਛੱਡ ਕੇ ਹਿੰਦੂਤਾਵਾਦੀ ਗੱਲ ਕਰੂਗਾ, ਉਹ ਤਾਂ ਸਿੱਖੀ 'ਚ ਪ੍ਰਵਾਨ ਹੀ ਨਹੀਂ। ਮੇਰੀ ਗੱਲ ਕਹਿਣ ਦੀ ਤਾਂ ਹੈ ਹੀ ਨਹੀਂ। ਇਹ ਤਾਂ ਗੁਰੂ ਨਹੀਂ ਪ੍ਰਵਾਨ ਕਰਦੇ, ਇਹ ਸਿੱਖੀ 'ਚ ਪ੍ਰਵਾਨ ਹੀ ਨਹੀਂ। ਫਿਰ ਉਹ ਲੋਕ ਸਿੱਖੀ ਦਾ ਦਾਅਵਾ ਕਰਨ ਜਾਂ ਸਿੱਖ ਹੋਣ ਦਾ ਦਾਅਵਾ ਕਰਨ ਜਾਂ ਸਿੱਖ ਧਾਰਮਿਕ ਸਥਾਨਾਂ ਦੇ ਬਾਰੇ ਗੱਲ ਕਰਨ, ਇਹ ਆਪਣੇ ਆਪ 'ਚ ਹੀ ਬੜੀ ਦੁਖਦਾਇਕ ਤੇ ਬੜੀ ਨਿੰਦਾਜਨਕ ਹੈ। ਬਲਟੋਆ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਹੈ ਤਾਂ ਲੰਮੇ ਸਮੇਂ ਤੋਂ ਸੀ ਕਿ ਅਸੀਂ ਸਿੱਖ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰੀਏ, ਤੇ ਹੁਣ ਜਿਹੜਾ ਭਾਈਵਾਲੀ ਜਦੋਂ ਤੋਂ ਟੁੱਟੀ ਹੈ ਬੀਜੇਪੀ ਦੇ ਨਾਲ, ਤਾਂ ਹੁਣ ਸਿੱਧਾ ਮੌਕਾ ਮਿਲ ਗਿਆ ਕਿ ਸਿੱਧਾ ਸਾਹਮਣੇ ਹੋ ਕੇ ਟੱਕਰਦੇ ਆ ਹੁਣ? ਦੇਖੋ, ਇਹਨਾਂ ਨੇ ਸਿੱਧੇ ਹੋ ਕੇ ਟੱਕਰਨ ਦੀ ਗੱਲ ਕੀਤੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ, ਚਾਹੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਵੇਲੇ ਹੋਈਆਂ ਨੇ, ਚਾਹੇ ਉਸ ਤੋਂ ਬਾਅਦ ਵੱਖ-ਵੱਖ ਸਮੇਂ ਚੋਣਾਂ ਹੋਈਆਂ ਨੇ, ਚਾਹੇ ਕਾਂਗਰਸ ਹਕੂਮਤਾਂ ਵੇਲੇ ਹੋਈਆਂ ਨੇ। ਜੇ ਆਪਾਂ ਇਹ ਕਹੀਏ ਕਿ 1996 ਚ ਹੋਈ ਸੀ, ਉਸ ਸਮੇਂ ਵੀ ਕਾਂਗਰਸੀ ਹਕੂਮਤ ਸੀ। 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਸੀ, ਉਸ ਸਮੇਂ ਹੋਈ ਸੀ। ਇਸ ਤਰ੍ਹਾਂ ਜਦੋਂ ਵੀ ਕਦੇ ਚੋਣਾਂ ਹੋਈਆਂ ਨੇ ਪੰਜਾਬ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਮੇਂ-ਸਮੇਂ ਤੇ ਕਾਂਗਰਸ ਪਾਰਟੀ ਜਿਹੜੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੀ ਹੈ, ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਲੈਣ ਲਈ ਇਹਨੇ ਸਿੱਧੇ ਅਸਿੱਧੇ ਰੂਪ 'ਚ ਚੋਣਾਂ ਲੜੀਆਂ। ਕਦੇ ਤਾਂ ਸਾਧ ਸੰਗਤ ਬੋਰਡ ਬਣਾ ਕੇ ਲੜੀਆਂ ਨੇ, ਕਦੇ ਪੰਥਕ ਮੋਰਚਾ ਬਣਾ ਕੇ ਲੜੀਆਂ ਨੇ, ਕਦੇ ਪਰਮਜੀਤ ਸਿੰਘ ਸਰਨੇ ਵਰਗੇ ਨੂੰ ਸਿੱਧੇ ਰੂਪ 'ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2011 ਦੀਆਂ ਚੋਣਾਂ ਦੇ ਵਿੱਚ ਲਿਆਂਦਾ ਸੀਗਾ। ਔਰ ਮੈਂ ਦੇਖਦਾ ਰਿਹਾ ਕਿ ਮੈਂ ਵੀ ਕਾਫੀ ਚੋਣਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਲੜੀਆਂ ਨੇ। ਤੇ ਇੱਕ ਬੰਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਨੇ ਉਹ ਪਿੰਡਾਂ ਦੇ ਵਿੱਚ ਲੜਦੇ ਨੇ, ਤੇ ਦੂਜੇ ਬੰਨੇ ਜਿਹੜਾ ਬਰਾਬਰ ਤੇ ਜਿਹੜਾ ਆ ਉਹ ਕਾਂਗਰਸ ਪਾਰਟੀ, ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਲੜੀਆਂ ਜਾਂਦੀਆਂ ਨੇ, ਇਸ ਤਰ੍ਹਾਂ ਹੀ ਉਹਨਾਂ ਦੇ ਆਗੂ ਸਾਹਿਬਾਨ ਆਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਲੜਨਗੇ। ਤੇ ਇਸ ਕਰਕੇ ਜਿਹੜਾ ਆ ਕਾਂਗਰਸ ਜਿਹੜੀ ਉਹ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਖੋਣ ਵਾਸਤੇ ਯਤਨ ਕਰਦੀ ਰਹੀ ਹੈ। ਪਰ ਬਲਟੋਆ ਸਾਹਿਬ, ਰਾਸ਼ਟਰੀ ਸਿੱਖ ਸੰਗਤ ਦਾ ਤਾਂ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ ਨਾ। ਉਹ ਤਾਂ ਸਿੱਧੇ ਤੌਰ ਤੇ ਤੁਹਾਨੂੰ ਪਤਾ ਹੈ ਕਿ ਭਾਈਵਾਲਾਂ ਦੇ ਜਿਹੜਾ ਉਹ ਸਿੱਧੇ ਤੌਰ ਤੇ ਸ਼ਮੂਲੀਅਤ ਹੈ ਇਸ ਦੇ ਵਿੱਚ, RSS 'ਚ। ਮੈਂ ਗੱਲ ਕਹਿ ਰਿਹਾ ਸੀ, ਤੁਸੀਂ ਮੇਰੀ ਗੱਲ ਪੂਰੀ ਹੋਣ ਨਹੀਂ ਦਿੱਤੀ। ਤੁਸੀਂ ਕਰੋ। ਮੇਰਾ ਕਹਿਣ ਦਾ ਮਤਲਬ ਸੀਗਾ ਕਿ ਕਾਂਗਰਸ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੰਨੀਆਂ ਚੋਣਾਂ ਆਈਆਂ ਨੇ, ਕਾਂਗਰਸ ਨੇ ਆਪਣੇ ਹੱਥ ਠੋਕਿਆਂ ਨੂੰ ਅੱਗੇ ਲਿਆਉਣ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦਿਵਾਉਣ ਲਈ ਚੋਣਾਂ ਦੇ ਵਿੱਚ ਸਿੱਧੇ ਅਸਿੱਧੇ ਰੂਪ 'ਚ ਉਹਨਾਂ ਨੇ ਲੜੀਆਂ ਨੇ, ਸ਼ਮੂਲੀਅਤ ਕੀਤੀ ਹੈ ਤੇ ਮੂੰਹ ਦੀ ਖਾਣੀ ਪਈ ਹੈ। ਹਰ ਵਾਰੀ ਲਗਭਗ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੇ ਵਿੱਚ ਸਵੀਪ ਕਰਦਾ ਰਿਹਾ, ਇੱਕ ਪਾਸੜ ਜਿੱਤ ਹਾਸਲ ਕਰਦਾ ਰਿਹਾ। ਤੇ RSS ਵੀ ਆ ਜੇ, ਪਹਿਲੀ ਤੇ ਗੱਲ ਹੈ ਕਿ RSS ਨੂੰ ਆਉਣ ਨਹੀਂ ਦੇਵਾਂਗੇ, ਡਟ ਕੇ ਵਿਰੋਧ ਕਰਾਂਗੇ। ਇਹ ਚੋਣਾਂ ਲੜਨੀਆਂ ਤੇ ਕਿਧਰੇ ਰਹਿ ਗਈਆਂ, ਚੋਣਾਂ ਲੜਨ ਦਾ ਜਿਹੜਾ ਨਾਂ ਲੈਣਾ ਵੀ ਭੁੱਲ ਜਾਣਗੇ। ਇਹ ਸਾਡਾ ਅਧਿਕਾਰ ਹੈ ਕਿ ਉਹ ਸੰਗਠਨ ਜਿਹੜਾ ਹਿੰਦੂਤਾਵਾਦ ਦੀ ਗੱਲ ਕਰਦਾ ਹੈ, ਜੇ ਕੱਲ ਨੂੰ ਕੋਈ ਕਹਿ ਦਈਏ ਕਿ ਜਿਸ ਤਰ੍ਹਾਂ ਮੈਂ ਗੱਲ ਕੀਤੀ ਪਹਿਲਾਂ ਕਿ ਮੁਸਲਿਮ ਲੀਗ ਵਗੈਰਾ ਜਾਂ ਕੋਈ ਕ੍ਰਿਸਚੈਨਿਟੀ ਦੇ ਨਾਲ ਸੰਬੰਧਿਤ ਕੋਈ ਆਰਗੇਨਾਈਜੇਸ਼ਨ ਕਵੇ ਕਿ ਅਸੀਂ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਨੇ, ਸਿੱਖ ਪ੍ਰਵਾਨ ਕਰਨਗੇ। ਇਸੇ ਤਰ੍ਹਾਂ ਹੀ RSS ਜਿਹੜੀ ਹੈ ਇਹ ਕਦਾਚਿਤ ਵੀ ਪ੍ਰਵਾਨ ਨਹੀਂ ਕੀਤਾ ਜਾਊਗਾ, ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਊਗਾ। ਬਲਟੋਆ ਸਾਹਿਬ, ਇਹ ਦੱਸੋ ਕਿ ਤੁਹਾਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਮਜ਼ੋਰੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਅਜਿਹੀਆਂ ਰਹੀਆਂ ਨੇ, ਭਾਵੇਂ ਉਹ ਰਾਮ ਰਹੀਮ ਨੂੰ ਮਾਫੀ ਦੇਣਾ, ਪਿਛਲੇ ਕੁਝ ਦਹਾਕੇ ਦੇ ਵਿੱਚ ਤੁਸੀਂ ਦੇਖਿਆ ਕਿ ਬੇਅਦਬੀਆਂ ਦਾ ਮਸਲਾ, ਹੁਣ ਜਿਹੜੇ ਸਰੂਪਾਂ ਦੇ ਲਾਪਤਾ ਹੋਣ ਦਾ ਮਸਲਾ, ਇਹਨਾਂ ਕਮਜ਼ੋਰੀਆਂ ਨੇ ਮੌਕਾ ਦਿੱਤਾ
ਦੂਜੀਆਂ ਧਿਰਾਂ ਨੂੰ ਅੱਗੇ ਆਉਣ ਦਾ? ਦੇਖੋ, ਇਹ 'ਚ ਕੋਈ ਡਰਾਵਾ ਨਹੀਂ ਗਿਆ ਕਿ ਕੋਈ ਨਾ ਕੋਈ ਕਮੀਆਂ ਤੇ ਘਰ ਚਲਾਉਂਦਿਆਂ ਵੀ ਰਹਿ ਜਾਂਦੀਆਂ। ਏਡੀ ਵੱਡੀ ਸੰਸਥਾ ਚਲਾਉਣਾ ਬਹੁਤ ਵੱਡੀ ਸੰਸਥਾ ਆ, ਬਹੁਤ ਵੱਡਾ ਪ੍ਰਬੰਧ ਹੈ, ਤੇ ਘਾਟਾਂ ਰਹਿ ਜਾਂਦੀਆਂ ਨੇ। ਤੇ ਘਾਟਾਂ ਚਾਹੇ ਕੋਈ ਵੀ ਸਿੱਖ ਸੰਗਠਨ ਹੈ, ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ, ਸਿੱਖ ਜਥੇਬੰਦੀ ਕਹਾਉਂਦੀ ਹੈ, ਪੰਥਕ ਜਥੇਬੰਦੀ ਕਹਾਉਂਦੀ ਹੈ, ਉਹਦੇ ਵਾਸਤੇ ਦਰਵਾਜ਼ੇ ਖੁੱਲੇ ਨੇ, ਉਹਦੇ ਵਾਸਤੇ ਦਫ਼ਤਰ ਖੁੱਲੇ ਨੇ, ਉਹਦੇ ਵਾਸਤੇ ਇਹ ਕਹਿ ਲਓ ਕਿ ਦਿਲ ਖੁੱਲੇ ਨੇ ਕਿ ਆਣ ਕੇ ਦੱਸੇ ਕਿ ਆਹ ਗੱਲ, ਆਹ ਕਮਜ਼ੋਰੀ ਹੈ ਤੇ ਇਸ ਤਰ੍ਹਾਂ ਦੂਰ ਹੋ ਸਕਦੀ ਹੈ। ਮੇਰਾ ਆਹ ਸੁਝਾਅ ਹੈ। ਸੁਝਾਅ ਦਿੰਦਾ ਕੋਈ ਨਹੀਂ, ਤੇ ਝੂਠ ਬੋਲ ਬੋਲ ਕੇ, ਗਲਤ ਪ੍ਰਚਾਰ ਕਰ ਕਰਕੇ, ਮਾੜੇ ਆਈਆਂ ਗੱਲਾਂ ਬਣਾ ਕੇ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ। ਠੀਕ ਹੈ ਕਿ 328 ਸਰੂਪਾਂ ਦਾ ਮਸਲਾ ਬੜਾ ਗੰਭੀਰ ਮਸਲਾ ਹੈ, ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਪਰ ਅਸਲੀਅਤ 'ਚ ਮਸਲਾ ਕੀ ਹੈ? ਉਹਦੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਜਾਂਚ ਕਮਿਸ਼ਨ ਬਿਠਾ ਕੇ, ਔਰ ਉਹ ਜਾਂਚ ਕਮਿਸ਼ਨ ਵੀ ਉਸ ਸਿੱਖ ਦੀ ਪ੍ਰਧਾਨਗੀ ਥੱਲੇ ਬਣਾਇਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਸ਼ੰਸਕ ਨਹੀਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੇਂ-ਸਮੇਂ ਤੇ ਆਲੋਚਨਾ ਕਰਨ ਵਾਲੇ ਹੈ। ਜਿੱਥੇ ਵੀ ਕਿਤੇ ਉਹਨਾਂ ਨੂੰ ਕਮਜ਼ੋਰੀ ਨਜ਼ਰ ਆਉਂਦੀ ਰਹੀ ਹੈ, ਪਹਿਲਾਂ ਵੀ ਤੁਸੀਂ ਉਹਨਾਂ ਦਾ ਪਿਛੋਕੜ ਫੋੜ ਕੇ ਦੇਖ ਲਓ, ਸਰਦਾਰ ਈਸ਼ਰ ਸਿੰਘ ਹੋਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਦੇ ਰਹੇ ਨੇ। ਉਹਨਾਂ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਾਂਚ ਦਿੱਤੀ, ਔਰ ਜਾਂਚ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਸਿੱਟਾ ਕੱਢਿਆ ਕਿ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ। ਸਰੂਪ ਜਿਹੜੇ ਸਿੱਖ ਸੰਗਤ ਕੋਲੇ ਗਏ ਨੇ, ਪਰ ਜਿਹੜੇ ਉੱਥੇ ਸੰਬੰਧਿਤ ਪਬਲੀਕੇਸ਼ਨ ਵਿਭਾਗ 'ਚ ਕਰਮਚਾਰੀ ਲੱਗੇ ਸੀ, ਉਹਨਾਂ ਨੇ ਲਾਲਚਵਸ ਬੇਈਮਾਨੀ ਕਾਰਨ ਉਹ ਭੇਟਾ ਜਿਹੜੀ ਜੇਬ 'ਚ ਪਾਉਣ ਦੀ ਖਾਤਰ ਨਾ ਭੇਟਾ ਰਿਕਾਰਡ ਤੇ ਚੜਾਈ ਹੈ ਤੇ ਨਾ ਸਰੂਪਾਂ ਦੀ ਗਿਣਤੀ ਜਿਹੜੀ ਆ ਉਹ ਰਿਕਾਰਡ ਤੇ ਚੜਾਈ ਹੈ। ਇਸ ਕਰਕੇ ਨਹੀਂ ਚੜਾਈ ਕਿ ਪੈਸਾ ਜੇਬ 'ਚ ਪਾਉਣਾ ਸੀਗਾ। ਔਰ ਉਹੀ ਜਿਹੜਾ ਕਮਲਜੀਤ ਸਿੰਘ ਹੈ, ਜਦੋਂ ਉਹਨੇ ਰਿਟਾਇਰ ਹੋਣਾ ਸੀਗਾ ਤੇ ਜਦੋਂ ਉਹਨੇ ਹਿਸਾਬ ਕਿਤਾਬ ਦੇਣਾ ਸੀਗਾ ਆਪਦਾ ਪਬਲੀਕੇਸ਼ਨ ਦਾ, ਤੇ ਜਦੋਂ ਉੱਥੇ ਗਿਣਤੀ ਕੀਤੀ ਗਈ ਤੇ 267 ਸਰੂਪ ਘੱਟ ਪਾਏ ਗਏ, ਉਹਨੇ ਸਵੀਕਾਰ ਕੀਤਾ ਕਿ ਮੈਂ ਬਣਦੀ ਹੋਈ ਭੇਟਾ ਜਮ੍ਹਾਂ ਕਰਾਉਣ ਲਈ ਤਿਆਰ ਹਾਂ। ਹੁਣ ਇਹ ਨਹੀਂ ਪਤਾ ਕਿ 2100 ਰੁਪਈਆ ਭੇਟਾ ਆ ਸਰੂਪ ਦੀ, ਤੇ ਜਿਹੜੇ ਸਿੱਖ ਉਹਦੇ ਕੋਲ ਸਿੱਧੀ ਪਹੁੰਚ ਕਰਦੇ ਰਹੇ ਨੇ, ਉਹਦੇ ਕੋਲ ਸਰੂਪ ਸਿੱਧੇ ਰੂਪ 'ਚ ਸੰਗਤ ਆਣ ਕੇ ਲੈ ਕੇ ਜਾਂਦੀ ਰਹੀ ਹੈ, ਸ਼ਰਧਾਵਾਨ ਸਿੱਖ, ਤੇ ਉਹ 2100 ਦੀ ਥਾਂ ਤੇ 21000 ਲੈਂਦਾ ਰਿਹਾ ਹੈ। ਵਲਟੋਆ ਸਾਹਿਬ, ਇਹ ਸਾਰੀ ਗੱਲ ਤੁਸੀਂ ਦੱਸ ਦਿੱਤੀ, ਸੀਨ ਕਿੱਦਾਂ ਸਭ ਨੂੰ ਵੀ ਪਤਾ ਹੈ, ਪਰ ਇਹਦੇ ਵਿੱਚ ਹੁਣ ਇਹਦੇ ਵਿੱਚੋਂ ਹੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹਦੇ ਤੋਂ ਲੱਗਦਾ ਨਹੀਂ ਕਿ ਪ੍ਰਬੰਧਕੀ ਜਿਹੜੀ ਉਹ ਕਮੀ ਕਿਤੇ ਨਾ ਕਿਤੇ ਰਹੀ, ਉਹ ਘਾਟਾਂ ਦੇ ਕਾਰਨ ਹੀ ਇਹੋ ਜਿਹਾ ਕੁਝ ਹੋਇਆ। ਜੇ ਕਿਤੇ ਧਿਆਨ ਉੱਤੋਂ ਲੈ ਕੇ ਨੀਚੇ ਤੱਕ ਜਾਂ ਥੱਲਿਓਂ ਲੈ ਕੇ ਉੱਪਰ ਤੱਕ ਦਿੱਤਾ ਜਾਂਦਾ, ਇੱਕ ਇੱਕ ਚੀਜ਼ ਤੇ ਧਿਆਨ ਰੱਖਿਆ ਜਾਂਦਾ, ਤਾਂ ਅੱਜ ਇਹ ਨਮੋਸ਼ੀ ਨਹੀਂ ਸੀ ਝੱਲਣੀ ਪੈਣੀ, ਨਾ ਸਾਨੂੰ ਕਿਸੇ ਨੂੰ ਮਾਰਨ ਕੁੱਟਣ ਤੱਕ ਪਹੁੰਚਣਾ ਪੈਣਾ ਸੀ, ਨਾ ਹੀ ਜਿਹੜੀ ਉਹ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਸਿੱਖਾਂ ਦੀ ਹਸਤੀ ਨੂੰ ਜਿਹੜੀ ਢਾਹ ਲੱਗੀ ਹੈ ਕਿ ਦੇਖੋ ਦਰਬਾਰ ਸਾਹਿਬ ਦੇ ਬਾਹਰ ਕੀ ਕੁਝ ਹੋ ਰਿਹਾ, ਖੂਨੋ ਖੂਨ ਕੀਤਾ ਜਾਂਦਾ ਹੈ, ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ। ਦੇਖੋ, ਮੈਂ ਤਾਂ ਪਹਿਲੋਂ ਕਿਹਾ ਕਮੀਆਂ ਹੈਗੀਆਂ ਨੇ, ਕਮੀਆਂ ਘਰ ਚਲਾਉਂਦੇ ਰਹਿ ਜਾਂਦੀਆਂ ਨੇ, ਪਰ ਕਦੇ ਕੋਈ ਸਿੱਖ ਸੋਚ ਸਕਦਾ ਹੈ ਕਿ ਜਿਸ ਕਿਸੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦਿੱਤੀ ਹੋਵੇ ਸਿੱਖ ਅੰਮ੍ਰਿਤਧਾਰੀ ਹੋਵੇ, ਤੇ ਉਹ ਵੀ ਇਹਦੇ ਵਿੱਚ ਕੁਤਾਹੀ ਕਰ ਸਕਦਾ ਹੈ? ਜਾਂ ਤੇ ਹੋਵੇ ਨਾ ਵੀ ਕਿਸੇ ਗੈਰ ਸਿੱਖ ਨੂੰ ਦਿੱਤੀ ਹੈ, ਜਾਂ ਉਹ ਸਿੱਖੀ ਦਾ ਧਾਰਨੀ ਨਹੀਂ, ਤੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਚ ਕੁਤਾਹੀ ਕਰ ਸਕਦਾ ਹੈ, ਉਹਦੇ ਤੋਂ ਸ਼ੰਕਾ ਹੋ ਸਕਦੀ ਹੈ। ਹਾਂ, ਇਹ 'ਚ ਕੋਈ ਡਰਾਵਾ ਨਹੀਂ ਗਾ, ਪ੍ਰਬੰਧਕਾਂ ਦਾ ਫਰਜ਼ ਬਣਦਾ ਸੀਗਾ ਸਮੇਂ-ਸਮੇਂ ਤੇ ਉਹਦੀ ਚੈਕਿੰਗ ਕਰਨਾ, ਜਿਹੜਾ ਕਿ ਹੁਣ ਸੁਚੇਤ ਕਰ ਦਿੱਤਾ ਹੈ, ਜਿਹੜੀ ਕਿ ਕਦੇ ਆਸ ਹੀ ਨਹੀਂ ਸੀ, ਉਸ ਪੱਖੋਂ ਸੁਚੇਤ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਬੜੀ ਵੱਡੀ ਇਹ ਘਾਲੋਂ ਰਹੀ ਹੈ, ਬੜੀ ਵੱਡੀ ਕਮੀ ਰਹੀ ਹੈ। ਹਰ ਸਮੇਂ ਤੇ ਜਿਹੜੀ ਇਹ ਚੈਕਿੰਗ ਹੋਣੀ ਚਾਹੀਦੀ ਹੈ, ਚੈਕਿੰਗ ਵੀ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਸਾਡੀ ਆਸਥਾ ਦੇ ਨਾਲ, ਸਾਡੇ ਧਰਮ ਦੇ ਨਾਲ, ਸਾਡੀ ਜਿਹੜੇ ਅੰਤਰੀਵ ਆ ਉਹਦੇ ਨਾਲ ਜੁੜੀ ਹੋਈ ਗੱਲ ਹੈ। ਇਹਦੇ ਵਿੱਚ ਕਮੀ ਵਾਕਿਆ ਰਹੀ ਹੈ, ਪਰ ਜਿਹੜੇ ਸਵਾਲ ਉਠਾਉਣ ਵਾਲੇ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਬ ਦੇਣ ਲਈ ਵੀ ਤਿਆਰ ਹੈ ਜੀ। ਅੱਛਾ, ਹੁਣ ਇਹ ਦੱਸੋ, ਤੁਸੀਂ ਸ਼੍ਰੋਮਣੀ ਕਮੇਟੀ ਦੇ ਵਿੱਚ ਰਹੇ ਹੋ, ਸ਼੍ਰੋਮਣੀ ਕਮੇਟੀ ਜਵਾਬ ਦੇਣ ਨੂੰ ਤਿਆਰ ਹੈ, ਇਸ ਗੱਲ ਦਾ ਜਵਾਬ ਦਿਓ ਕਿ ਜੇ ਮੰਨ ਲਓ ਕਿ ਅੱਜ ਕਿਸੇ ਨੂੰ
ਪੰਥ ਵਿੱਚੋਂ ਛੇਕਿਆ ਜਾਂਦਾ ਹੈ ਜਾਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਹੈ, ਉਹਦੀ ਕੋਈ ਵੈਲੀਡੇਸ਼ਨ ਹੁੰਦੀ ਹੈ ਕਿ ਇੰਨੇ ਕੁ ਸਾਲ ਤੱਕ ਚੱਲਣਾ ਹੈ, 10 ਸਾਲ ਤੱਕ ਉਹ ਬਾਹਰ ਰਹਿ ਸਕਦਾ ਹੈ, ਜਾਂ ਉਹਦੀ ਵਾਪਸੀ ਦੇ ਲਈ ਕੀ ਪ੍ਰਬੰਧ ਕੀਤਾ ਜਾਂਦਾ ਹੈ? ਕਿਉਂਕਿ ਮੈਂ ਸਵਾਲ ਇਸ ਕਰਕੇ ਕੀਤਾ, ਮੈਂ ਕਲੀਅਰ ਕਰ ਦਿੰਦਾ ਤਾਂ ਕਿ ਤੁਹਾਨੂੰ ਵੀ ਕਲੀਅਰ ਹੋ ਜੇ। 2004 ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ। ਜਥੇਦਾਰ ਇਕਬਾਲ ਸਿੰਘ ਹੋਣੀ ਵੀ ਜਿਹੜੇ ਉਹਦੇ ਗਵਾਹ ਨੇ। ਹਾਲਾਂਕਿ ਉਹ ਹੁਣ ਕਹਿੰਦੇ ਨੇ ਕਿ ਹੁਣ ਰਾਸ਼ਟਰੀ ਸਿੱਖ ਸੰਗਤ ਉਹ ਵਾਲੀ ਨਹੀਂ ਰਹੀ। 2004 ਤੋਂ 16 ਸਾਲਾਂ ਦੇ ਵਿੱਚ ਕੀ ਕੁਝ ਬਦਲ ਗਿਆ ਇਹੋ ਜਿਹਾ ਜਿਹੜਾ ਹੁਣ ਉਹਨਾਂ ਨੂੰ ਰਾਸ਼ਟਰੀ ਸਿੱਖ ਸੰਗਤ ਤੇ ਭਰੋਸਾ ਹੋਣ ਲੱਗਿਆ, ਤੇ ਕੀ ਮੰਨ ਲਿਆ ਜਾਵੇ ਕਿ ਉਹਨਾਂ ਦੀ ਵਾਪਸੀ ਜਿਹੜੀ ਹੈ ਉਹ ਸਿੱਖ ਧਰਮ ਦੇ ਵਿੱਚ ਜਾਂ ਉਹਨਾਂ ਨੂੰ ਅਪਣਾ ਲਿਆ ਗਿਆ? ਦੇਖੋ, ਪਹਿਲੀ ਤੇ ਗੱਲ ਹੈ ਕਿ ਮੇਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਸੰਬੰਧ ਨਹੀਂ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸੇਵਾਦਾਰ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਾਰਿਆਂ ਦੀ ਹੈ, ਹਰੇਕ ਸਿੱਖ ਦੀ ਹੈ। ਖਾਸ ਕਰਕੇ ਉਸ ਸਿੱਖ ਦੀ ਜਿਹੜਾ ਗੁਰੂ ਦੀ ਮਰਿਆਦਾ ਦੀ ਪਾਲਣਾ ਕਰਦਾ। ਔਰ ਜਿਹੜਾ ਤੁਸੀਂ ਸਵਾਲ ਉਠਾਇਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਜਾਂ ਕਿਸੇ ਸੰਸਥਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਦੇ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ, ਉਹਦੀ ਵੈਲਿਡਿਟੀ ਕੀ ਹੈ? ਹੁਣ ਜਿੱਥੋਂ ਤੱਕ 2004 ਦੀ ਗੱਲ ਕਰਦੇ ਹਾਂ, ਗਿਆਨੀ ਜੋਗਿੰਦਰ ਸਿੰਘ ਵਦਾਂਤੀ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਉਹਨਾਂ ਨੇ ਜਿਹੜੀ ਰਾਸ਼ਟਰੀ ਸਿੱਖ ਸੰਗਤ ਹੈ ਉਹਦੇ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਸੀ, ਉਹਦੀ ਗਤੀਵਿਧੀਆਂ ਦੇ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਸੀ। ਸਿੱਖੀ ਦੇ ਵਿੱਚ ਜਿਹੜੀ ਗਲਤ ਦਖਲਅੰਦਾਜ਼ੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਕਮਨਾਮਾ ਜਾਰੀ ਕੀਤਾ ਸੀ। ਉਹ ਹੁਕਮਨਾਮਾ ਅੱਜ ਵੀ ਬਰਕਰਾਰ ਹੈ। ਔਰ ਇੱਥੋਂ ਤੱਕ ਹੈ ਕਿ ਜਿਹੜੇ ਮੌਜੂਦਾ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ, ਉਹਨਾਂ ਨੇ ਬਕਾਇਦਾ ਸਮੇਂ-ਸਮੇਂ ਤੇ ਮੀਡੀਆ ਦੇ ਵਿੱਚ ਵੀ ਐਲਾਨ ਕੀਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸਿੱਖ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ RSS ਹੈ ਇਹ ਵੱਖ-ਵੱਖ ਧਰਮਾਂ ਵਾਸਤੇ ਖਤਰਾ ਹੈ, ਵੱਖ-ਵੱਖ ਫਿਰਕਿਆਂ ਵਾਸਤੇ, ਖਾਸ ਕਰਕੇ ਘੱਟ ਗਿਣਤੀਆਂ ਵਾਸਤੇ, ਔਰ ਇਹਨਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਅੱਜ ਤੋਂ ਸਾਲ ਪਹਿਲਾਂ ਵੀ ਉਹਨਾਂ ਦਾ ਬਿਆਨ ਸੀ, ਪਿੱਛੇ ਜੇ ਵੀ ਬਿਆਨ ਸੀਗਾ। ਇਸ ਕਰਕੇ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਆ, ਜੇ ਕਿਸੇ ਵਿਰੁੱਧ ਕੋਈ ਕਦਮ ਚੁੱਕਿਆ ਜਾਂਦਾ ਉਹਦੀ ਗਤੀਵਿਧੀਆਂ ਨੂੰ ਲੈ ਕੇ, ਤੇ ਉਹਨਾਂ ਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੀਤੀ ਹੋਈ ਅਪੀਲ ਉਹਦੇ ਉੱਤੇ ਸੁਣਵਾਈ ਹੁੰਦੀ ਹੈ, ਤੇ ਫਿਰ ਜਥੇਦਾਰ ਸਾਹਿਬਾਨ ਦੀ ਗੁਰਮਤ ਦੀ ਭੈ ਭਾਵਨੀ ਦੇ ਵਿੱਚ ਸੰਤੁਸ਼ਟੀ ਹੋਣ ਤੋਂ ਬਾਅਦ ਫਿਰ ਉਹਨੂੰ ਜਿਹੜਾ ਆ ਵਾਪਸ ਲਿਆ ਜਾਂਦਾ ਹੈ, ਜਦ ਕਿ RSS ਦੇ ਵਿਰੁੱਧ ਉਹ ਹੁਕਮਨਾਮਾ ਅੱਜ ਵੀ ਸਟੈਂਡ ਕਰਦਾ ਜੀ। ਜੇ ਮੰਨ ਲਓ ਕਿ ਕਿਤੇ ਜਿਵੇਂ ਰਾਮ ਰਹੀਮ ਵਾਂਗੂ ਕਹਿੰਦੇ ਪਿਛਲੇ ਦਰਵਾਜ਼ੇ ਚੋਂ ਮਾਫੀ ਆ ਗਈ, ਕੋਈ ਇਹੋ ਜਿਹੀ ਮਾਫੀ ਆ ਗਈ ਕਿ ਲੱਗਦਾ ਕੋਈ ਇਹੋ ਜਿਹਾ ਘਟਨਾਕ੍ਰਮ ਵਾਪਰ ਸਕਦਾ ਫਿਰ ਦੁਬਾਰਾ, ਕਿਤੇ ਰਾਸ਼ਟਰੀ ਸਿੱਖ ਸੰਗਤ ਨੂੰ ਪਿਛਲੇ ਦਰਵਾਜ਼ੇ ਚੋਂ ਮਾਫੀ ਦੇ ਦਿੱਤੀ ਜਾਵੇ, ਜਾਂ ਫਿਰ ਦਿੱਤੀ ਗਈ ਹੋਵੇ ਪਤਾ ਹੀ ਨਾ ਲੱਗਿਆ ਹੋਵੇ? ਦੇਖੋ, ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾ ਬੜਾ ਵੱਡਾ ਇਤਿਹਾਸ ਹੈ, ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਮੇਂ-ਸਮੇਂ ਤੇ ਬੜੇ ਜੇ ਕਹਿ ਦਈਏ ਕਿ ਅਲੌਕਿਕ ਜਿਹੜੇ ਸੰਦੇਸ਼ ਹੁਕਮਨਾਮੇ ਜਾਰੀ ਕੀਤੇ ਨੇ, ਸੇਧ ਦਿੱਤੀ ਹੈ ਕੌਮ। ਤੇ ਜੇ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤੀ ਹੋਈ ਹੈ, ਜੇ ਉਹ ਸਿੱਖ ਭਾਵਨਾਵਾਂ ਤੇ ਪੂਰੇ ਨਹੀਂ ਉਤਰ ਸਕੇ, ਤੇ ਉਹਨਾਂ ਨੇ ਉਸ ਗੱਲ ਨੂੰ ਸਵੀਕਾਰ ਵੀ ਕੀਤਾ। ਗਿਆਨੀ ਗੁਰਬਚਨ ਸਿੰਘ ਹੋਰੀ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾਦਾਰੀ ਤੋਂ ਅਸਤੀਫਾ ਦਿੰਦੇ ਨੇ, ਇੱਕ ਤਾਂ ਹੁੰਦਾ ਨਾ ਕਿਸੇ ਵਿਅਕਤੀ ਨੇ ਕੁਝ ਲੈਣਾ ਹੋਵੇ ਤੇ ਝੂਠ ਬੋਲ ਕੇ ਗੁੰਮਰਾਹ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰੂਗਾ। ਇੱਕ ਬੰਦਾ ਅਹੁਦੇ ਤੋਂ ਪਾਸੇ ਹੋ ਰਿਹਾ ਹੈ, ਸੇਵਾ ਛੱਡ ਰਿਹਾ ਹੈ, ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ, ਤੇ ਉਹ ਕਹਿੰਦਾ ਕਿ ਮੇਰੇ ਕੋਲ ਜ਼ਿੰਦਗੀ ਦੇ ਵਿੱਚ ਸੇਵਾ ਕਰਦਿਆਂ ਹੋਇਆਂ ਜਿਹੜੀ ਡੇਰਾ ਸਰਸੇ ਵਾਲੇ ਸਾਹਿਬ ਨੂੰ ਜਿਹੜੀ ਮਾਫੀ ਦਿੱਤੀ ਗਈ ਸੀ, ਮੈਥੋਂ ਗਲਤੀ ਹੋਈ ਹੈ, ਸਤਿਗੁਰੂ ਬਖਸ਼ਿੰਦ ਨੇ, ਸਿੱਖ ਸੰਗਤ ਬਖਸ਼ਿੰਦ ਹੈ, ਮੈਂ ਉਹ ਗਲਤੀ ਆਪਣੀ ਝੋਲੀ ਚ ਪਾਉਣਾ। ਉਹ ਮੰਨ ਚੁੱਕੇ, ਤੇ ਵਾਰ-ਵਾਰ ਸੱਜਿਓਂ ਖੱਬਿਓਂ ਜੋੜਨਾ, ਕਹਾਣੀਆਂ ਬਣਾਉਣੀਆਂ। ਆ ਹੁਣ ਕਹਾਣੀਆਂ ਬਣਾਉਂਦੇ 4 ਸਾਲ ਲੰਘ ਗਏ ਨਾ। ਇਹੀ ਕਾਂਗਰਸ ਪਾਰਟੀ ਜਾਂ ਕਾਂਗਰਸ ਦੇ ਬੜੇ-ਬੜੇ ਆਗੂ ਦਾਅਵਾ ਕਰਦੇ ਸੀ ਨਾ ਕਿ ਇਸ ਤਰ੍ਹਾਂ ਮਾਫੀ ਹੋਈ ਜੀ, ਫਲਾਣੇ ਜਹਾਜ਼ ਤੇ ਗਏ ਜੀ, ਪਤਨੀ ਅਕਸ਼ੈ ਕੁਮਾਰ ਦੇ ਘਰੇ ਮੀਟਿੰਗ ਹੋਈ ਜੀ, ਕਈ ਕਹਾਣੀਆਂ ਬਣਾ ਕੇ ਪੇਸ਼ ਕਰਦੇ ਸੀ ਨਾ, ਕੁਛ ਨਿਕਲਿਆ। ਇਸ ਕਰਕੇ ਜਿਹੜੀਆਂ ਗੱਲਾਂ ਜਿਹੜੀਆਂ ਨੇ, ਅਸੀਂ ਆਪਣੀ ਕੌਮ ਦਾ ਮਜ਼ਾਕ ਆਪ ਹੀ ਉਡਾਉਣੇ ਆ। ਜੇ ਜਥੇਦਾਰ ਸਾਹਿਬਾਨ ਨੇ ਸਿੱਖ ਭਾਵਨਾਵਾਂ ਦੇ ਉਲਟ ਕਿਸੇ ਤਰ੍ਹਾਂ ਦਾ ਕਦਮ ਚੁੱਕਿਆ, ਮੈਂ ਉਹ ਵਿਅਕਤੀ ਸੀਗਾ
ਵਿਰਸਾ ਸਿੰਘ ਬਲਟੋਹਾ ਉਸ ਸਮੇਂ ਐਮਐਲਏ ਸੀ, ਚੀਫ ਪਾਰਲੀਮੈਂਟਰੀ ਸੈਕਟਰੀ ਸੀ। ਜਿਸ ਸਮੇਂ ਇਹ ਖਬਰ ਆਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਰਾਮ ਰਹੀਮ ਨੂੰ ਮਾਫ ਕਰ ਦਿੱਤਾ ਹੈ, ਤਾਂ ਮੈਂ ਇੱਕੋ ਇੱਕ ਵਾਹਦ ਸ਼ਖਸ ਸੀਗੇ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਮੈਂ ਕਿਹਾ ਸੀਗਾ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਇਹ ਫੈਸਲਾ ਲਿਆ ਹੈ, ਇਹ ਬਿਲਕੁਲ ਸਿੱਖ ਭਾਵਨਾ ਦੇ ਵਿਰੁੱਧ ਹੈ ਔਰ ਇਹਦਾ ਰਿਐਕਸ਼ਨ ਬਹੁਤ ਮਾੜਾ ਹੋਊ। ਇਹ ਮੈਂ ਕਿਹਾ ਸੀ, ਮੀਟਿੰਗ ਦੇ ਵਿੱਚ ਕਿਹਾ ਸੀਗਾ। ਮੇਰਾ ਖਿਆਲ ਹੈ ਕਿ ਪ੍ਰਗਟ ਸਿੰਘ ਦੀ ਤੁਸੀਂ ਇਸ ਸੰਬੰਧੀ ਜਿਹੜੇ ਐਮਐਲਏ ਨੇ ਮੌਜੂਦਾ ਕਾਂਗਰਸ ਦੇ, ਉਹਨਾਂ ਦੀ ਕੋਈ ਇੰਟਰਵਿਊ ਪੜੋਗੇ, ਭਾਵੇਂ ਉਹਨਾਂ ਨੇ ਦਾਅਵਾ ਕੀਤਾ ਕਿ ਮੈਂ ਵੀ ਕਿਹਾ ਸੀਗਾ, ਕਿਸੇ ਨੇ ਨਹੀਂ ਸੀ ਕਿਹਾ, ਕੋਈ ਨਹੀਂ ਸੀ ਬੋਲਿਆ, ਕੇਵਲ ਤੇ ਕੇਵਲ ਵਿਰਸਾ ਸਿੰਘ ਬਲਟੋਹਾ ਬੋਲਿਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹ ਫੈਸਲਾ ਜਿਹੜਾ ਆ ਵਿਰਸਾ ਸਿੰਘ ਬਲਟੋਹਾ ਤੇ ਕਿੰਤੂ ਪ੍ਰੰਤੂ ਕਰਦਾ ਹੈ, ਇਹ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਗਾ। ਤਾਂ ਗੱਲ ਉਹੀ ਹੋਈ, ਉਹ ਪ੍ਰਵਾਨ ਹੋਇਆ ਵੀ ਨਹੀਂ, ਉਹ ਵਾਪਸ ਵੀ ਲੈਣਾ ਪਿਆ। ਔਰ ਜੋ ਉਸ ਤੋਂ ਬਾਅਦ ਮੰਨ ਵੀ ਚੁੱਕੇ ਹੋ ਨਾ ਪਿੱਛੇ ਜੇ ਤੁਹਾਡੀ ਪਾਰਟੀ ਦੀ ਗਲਤੀ ਰਹੀ ਹੈ, ਇਹ ਨਹੀਂ ਸੀ ਕਰਨਾ ਚਾਹੀਦਾ, ਅਕਾਲੀ ਦਲ ਦੀ ਸ਼ਮੂਲੀਅਤ ਤਾਂ ਰਹੀ ਹੈ ਨਾ ਪਿੱਛੋਂ, ਜਿਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਨੇ। ਦੇਖੋ, ਇਲਜ਼ਾਮ ਤੇ ਜਿੱਤੇ ਮਰਜ਼ੀ ਲਾ ਦੇ, ਇਲਜ਼ਾਮ ਤਾਂ ਮੂੰਹ ਹੀ ਹਿਲਾਣਾ ਨਾ। ਮਤਲਬ ਅਕਾਲੀ ਦਲ ਦੀ ਕੋਈ ਸ਼ਮੂਲੀਅਤ ਨਹੀਂ ਸੀ ਇਹਦੇ ਵਿੱਚ, ਜਥੇਦਾਰ ਸਾਹਿਬਾਨਾਂ ਨੂੰ ਨਿਸ਼ਾਨਾ ਬਣਾ ਲਿਆ ਜਾਵੇ ਹੁਣ? ਨਹੀਂ, ਦੇਖੋ ਅਕਾਲੀ ਦਲ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਕੋਈ ਸੰਬੰਧ ਨਹੀਂਗਾ ਮਾਫੀ ਦੇ ਨਾਲ। ਇਹ ਜਥੇਦਾਰ ਸਾਹਿਬਾਨ ਨੇ ਫੈਸਲਾ ਲੈਣਾ ਹੈ, ਉਹਨਾਂ ਨੇ ਫੈਸਲਾ ਲਿਆ ਔਰ ਫੈਸਲਾ ਜਿਸ ਤਰੀਕੇ ਨਾਲ ਲਿਆ ਉਹ ਸਿੱਖ ਸੰਗਤ ਨੂੰ ਕਿਸੇ ਨੂੰ ਵੀ ਚੰਗਾ ਨਹੀਂ ਲੱਗ ਸਕਦਾ। ਔਰ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਹਰੇਕ ਸਿੱਖ ਦਾ ਮਨ ਜਿਹੜਾ ਆ ਉਹ ਰਾਮ ਰਹੀਮ ਦੇ ਵਿਰੁੱਧ ਨਫ਼ਰਤ ਨਾਲ ਭਰਿਆ ਹੋਵੇ, ਤੇ ਫਿਰ ਜਦੋਂ ਤੁਸੀਂ ਉਸ ਸਮੇਂ ਅਜਿਹਾ ਫੈਸਲਾ ਯਕਦਮ ਕੱਢ ਕੇ ਅੱਗੇ ਰੱਖ ਦਿਓ, ਤੇ ਫਿਰ ਸਿੱਖ ਕਿਵੇਂ ਪ੍ਰਵਾਨ ਕਰ ਸਕਦਾ? ਚਲੋ, ਮੈਨੂੰ ਬਲਟੋਹਾ ਸਾਹਿਬ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਕੀ ਮੰਨੀਏ ਕਿ ਰਾਸ਼ਟਰੀ ਸਿੱਖ ਸੰਗਤ, ਆਰਐਸਐਸ, ਬੀਜੇਪੀ, ਇਸ ਤਰ੍ਹਾਂ ਜਿਹੜੀ ਪੰਜਾਬ ਦੇ ਵਿੱਚ ਹਲਚਲ ਇਹਨਾਂ ਦੀ ਵੱਧਦੀ ਜਾ ਰਹੀ ਹੈ, ਇਹਦੇ ਨਾਲ ਖਤਰਾ ਕਿਹਨੂੰ ਹੈ? ਅਕਾਲੀ ਦਲ ਬਾਦਲ ਨੂੰ ਵਧੇਰੇ ਖਤਰਾ ਹੈ, ਜਿਨ੍ਹਾਂ ਨੇ ਤਾਜ਼ਾ 9 ਮਾਸ ਦਾ ਰਿਸ਼ਤਾ ਜਿਹੜਾ ਵੱਖਰਾ ਕੀਤਾ, ਜਾਂ ਫਿਰ ਸਿੱਖ ਕੌਮ ਨੂੰ ਖਤਰਾ ਹੈ, ਜਾਂ ਪੰਜਾਬ ਨੂੰ ਖਤਰਾ ਹੈ? ਕਿਹਨੂੰ ਖਤਰਾ ਹੈ ਤੇ ਇਸ ਖਤਰੇ ਤੋਂ ਬਚਿਆ ਕਿੱਦਾਂ ਜਾ ਸਕਦਾ? ਦੇਖੋ, ਜਿੱਥੋਂ ਤੱਕ ਤੇ ਭਾਰਤੀ ਜਨਤਾ ਪਾਰਟੀ ਦਾ ਸੰਬੰਧ ਹੈ, ਭਾਰਤੀ ਜਨਤਾ ਪਾਰਟੀ ਭਾਵੇਂ ਆਰਐਸਐਸ ਨਾਲ ਸੰਬੰਧਿਤ ਹੈ, ਪਰ ਵਾਜਪਾਈ ਸਾਹਿਬ ਜਾਂ ਹੋਰ ਆਗੂ ਸਾਹਿਬਾਨ ਦੇ ਹੱਥ 'ਚ ਜਦੋਂ ਤੱਕ ਕਮਾਂਡ ਰਹੀ ਹੈ, ਉਹ ਦੇਸ਼ ਨੂੰ ਮੱਦੇਨਜ਼ਰ ਰੱਖ ਕੇ ਚੱਲਦੇ ਸੀਗੇ, ਸਾਰੀਆਂ ਪਾਰਟੀਆਂ ਨੂੰ ਭਰੋਸੇ 'ਚ ਲੈ ਕੇ ਚੱਲਦੇ ਸੀਗੇ। ਤੇ ਜਿਹੜੀ ਹੁਣ ਦੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ, ਖਾਸ ਕਰਕੇ ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ, ਇਹ ਆਰਐਸਐਸ ਦੀਆਂ ਨੀਤੀਆਂ ਨੂੰ, ਉਹਨਾਂ ਦੀਆਂ ਨੀਤੀਆਂ ਨੂੰ ਤਾਂ ਲਾਗੂ ਆਪਣੇ ਆਪ ਹੀ ਹੋ ਗਿਆ। ਜਦੋਂ ਤੁਸੀਂ ਹਿੰਦੂਤਵਾ ਦੀ ਗੱਲ ਕਰੋਗੇ, ਜਦੋਂ ਤੁਸੀਂ ਪ੍ਰਚਾਰ ਹੀ ਹਿੰਦੂ ਧਰਮ ਦਾ ਕਰੋਗੇ ਤੇ ਨਫ਼ਰਤ ਦੇ ਬੀਜ ਬੀਜੋਗੇ, ਜਿਸ ਤਰ੍ਹਾਂ ਦਾ ਵਾਤਾਵਰਨ ਸਿਰਜਿਆ ਜਾ ਰਿਹਾ ਪੂਰੇ ਹਿੰਦੁਸਤਾਨ ਦੇ ਅੰਦਰ। ਕਿਸੇ ਨੈਸ਼ਨਲ ਚੈਨਲ ਤੇ ਚਲੇ ਜਾਓ, ਉੱਥੇ ਭੜਕਾਹਟ ਚੱਲ ਰਹੀ ਹੈ, ਉੱਥੇ ਕੇਵਲ ਤੇ ਕੇਵਲ ਅਸੀਂ ਕਹਿੰਦੇ ਕਿ ਹਰੇਕ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈ, ਅਸੀਂ ਹਿੰਦੂ ਧਰਮ ਦਾ ਵੀ ਸਤਿਕਾਰ ਕਰਦੇ ਹਾਂ, ਪਰ ਕੇਵਲ ਤੇ ਕੇਵਲ ਹਿੰਦੂ ਧਰਮ ਦੀ ਵਾਰ-ਵਾਰ ਗੱਲ ਕਰਨਾ ਤੇ ਦੂਸਰੇ ਧਰਮਾਂ ਬਾਰੇ ਨਫ਼ਰਤ ਬੀਜਣ ਦੀ ਕੋਸ਼ਿਸ਼ ਕਰਨਾ, ਇਹ ਨਾ ਤੇ ਦੇਸ਼ ਹਿੱਤ 'ਚ ਹੈ ਤੇ ਨਾ ਕਿਸੇ ਕੌਮ ਦੇ ਹਿੱਤ 'ਚ ਹੈ। ਇਹੀ ਬੀਜ ਜਿਹੜੇ ਹੈ ਇੰਦਰਾ ਗਾਂਧੀ ਨੇ 1980 ਦੇ ਵਿੱਚ ਬੀਜਣ ਦੀ ਕੋਸ਼ਿਸ਼ ਕੀਤੀ ਸੀਗੀ। ਉਹਨੇ ਸਿੱਖਾਂ ਦਾ ਹਊਆ ਖੜਾ ਕੀਤਾ ਸੀਗਾ, ਪੂਰੀ ਹਿੰਦੁਸਤਾਨ ਦੇ ਅੰਦਰ ਸਿੱਖਾਂ ਨੂੰ ਬੜੇ ਖਤਰਨਾਕ ਮਤਲਬ ਰੂਪ ਦੇ ਵਿੱਚ ਪੇਸ਼ ਕੀਤਾ ਸੀਗਾ, ਤੇ ਬਾਅਦ ਦੇ ਵਿੱਚ ਸਿੱਖਾਂ ਦੇ ਉੱਤੇ ਹਮਲਾ ਕਰਕੇ ਅਜਿਹਾ ਉਹਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਸਿੱਖਾਂ ਨੂੰ ਕੋਈ ਦਬਾ ਸਕਦਾ ਹੈ, ਮੁਕਾ ਸਕਦਾ ਹੈ, ਇੰਦਰਾ ਗਾਂਧੀ ਮੁਕਾ ਸਕਦੀ ਹੈ। ਤੇ ਉਹਨੇ 404 ਸੀਟਾਂ ਪਾਰਲੀਮੈਂਟ ਦੀਆਂ ਜਿੱਤੀਆਂ ਸੀਗੀਆਂ। ਤੇ ਸਿੱਖ ਤੇ ਉਸੇ ਤਰ੍ਹਾਂ ਕਾਇਮ ਨੇ, ਸਿੱਖਾਂ ਦਾ ਡੰਕਾ ਤੇ ਉਸ ਤਰ੍ਹਾਂ ਵੱਜਦਾ ਆ, ਸਿੱਖਾਂ ਦੇ ਨਿਸ਼ਾਨ ਤੇ ਉਸੇ ਤਰ੍ਹਾਂ ਝੂਲਦੇ ਹੈ, ਸਿੱਖ ਤੇ ਉਸੇ ਤਰ੍ਹਾਂ ਬੁੱਕਦੇ ਹੈ, ਪਰ ਅੱਜ ਇੰਦਰਾ ਗਾਂਧੀ ਹੈ ਨਹੀਂ। ਇਹ ਭੁਲੇਖਾ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਸਿੱਖਾਂ ਨੂੰ ਕੋਈ ਖਤਰਾ ਨਹੀਂਗਾ, ਬੜੇ ਹਮਲੇ ਹੁੰਦੇ ਆਏ ਨੇ, ਬੜੇ ਸਿੱਖਾਂ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਨੇ। ਸਿੱਖ ਤੇ ਉਦੋਂ ਖਤਮ ਨਾ ਹੋਏ ਜਦੋਂ ਬਲਟੋਹਾ ਸਾਹਿਬ, ਲੋਕ ਵੈਸੇ ਤੁਹਾਨੂੰ ਇੱਥੇ ਸਵਾਲ ਲੋਕਾਂ ਦੇ ਮਨਾਂ ਜ਼ਰੂਰ ਉੱਠਿਆ ਹੋਣਾ, ਮੈਂ ਵੈਸੇ ਤਾਂ ਅਖੀਰ ਸੀਗਾ ਪਰ ਮੈਂ ਇਹ ਸਵਾਲ ਜ਼ਰੂਰ ਕਰਾਂ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਹੋਣਾ ਕਿ ਤੁਹਾਨੂੰ ਬੜੀ ਦੇਰ ਬਾਅਦ ਪਤਾ ਲੱਗਿਆ ਕਿ ਬੀਜੇਪੀ ਤੇ ਆਰਐਸਐਸ ਜਿਹੜਾ ਉਹ ਹਿੰਦੂਤਵੀ ਏਜੰਡਾ ਲਈ ਬੈਠੇ ਨੇ। 2014 ਤੋਂ ਲੈ ਕੇ 2020 ਤੱਕ ਤੁਸੀਂ ਨਾਲ ਰਹੇ ਹੋ, ਉਸ ਤੋਂ ਪਹਿਲਾਂ ਤਾਂ ਤੁਹਾਡੀਆਂ ਨਜ਼ਦੀਕੀਆਂ ਸਭ ਨੂੰ ਪਤਾ ਹੀ ਹੈ ਕਿ ਕਿੰਨੀਆਂ ਸਾਲ ਹੋ ਗਏ ਤੁਹਾਨੂੰ ਲਗਾਤਾਰ ਉਹਨਾਂ ਦੇ ਨਾਲ ਚੱਲਦੇ ਆ। ਤੁਸੀਂ ਮੇਰੀਆਂ ਡਿਬੇਟਾਂ ਪਿਛਲੇ 2-3
ਸਾਲ ਤੋਂ ਲਗਾਤਾਰ ਦੀਆਂ ਚੱਕ ਕੇ ਦੇਖ ਲਓ, ਜਦੋਂ ਪੂਰੀ ਤਰ੍ਹਾਂ ਗੱਠਜੋੜ ਮਜ਼ਬੂਤ ਸੀਗੇ। ਉਹ ਜੇ ਮੈਂ ਬੋਲਦਾ ਆ ਤੇ ਕਿਸੇ ਨਾ ਕਿਸੇ ਰੂਪ ਚ ਉਹ ਅਕਾਲੀ ਦਲ ਬੋਲਦਾ ਹੈ। ਮੈਂ ਅਕਾਲੀ ਦਲ ਦਾ ਸਪੋਕਸਪਰਸਨ ਹੈ। ਮੈਂ ਕਿਸੇ ਨਾ ਕਿਸੇ ਜਿਹੜੀ ਅਕਾਲੀ ਦਲ ਦੀ ਸੋਚ ਉਹਦੇ ਮੁਤਾਬਕ ਬੋਲਦਾ ਹਾਂ। ਮੈਂ ਜਿਹੜੀਆਂ ਮੌਜੂਦਾ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਨੇ ਜਿੱਥੇ ਉਹ ਆਰਐਸਐਸ ਦਾ ਏਜੰਡਾ ਲਾਗੂ ਕਰਨਾ ਚਾਹੁੰਦੇ ਨੇ, ਉਹ ਸ਼ਰਮ ਉਹਨਾਂ ਦਾ ਵਿਰੋਧ ਕਰਦਾ ਰਿਹਾ। ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ, ਭਾਵੇਂ ਸੀ, ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਆਪਣੇ ਆਪ ਚ ਰਾਜਨੀਤਿਕ ਪਾਰਟੀ ਹੈ, ਆਰਐਸਐਸ ਆਪਣੇ ਆਪ ਨੂੰ ਇੱਕ ਸਮਾਜਿਕ ਸੰਗਠਨ ਅਖਵਾਉਂਦਾ ਹੈ, ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੀ ਸਾਂਝ ਕਿਹਦੇ ਨਾਲ ਹੈ? ਸਾਨੂੰ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਗਾ। ਪਰ ਹੁਣ ਸਮਾਂ ਪਾ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਆ, ਉਹ ਆਰਐਸਐਸ ਤੋਂ ਵੀ ਅੱਗੇ ਜਾ ਕੇ ਜਿਹੜਾ ਹਿੰਦੂ ਏਜੰਡਾ ਆ ਉਹ ਲਾਗੂ ਕਰਨਾ ਚਾਹੁੰਦੀ ਹੈ, ਤੇ ਉਹ ਜਿਹੜਾ ਦੇਸ਼ ਵਾਸਤੇ, ਘੱਟ ਗਿਣਤੀਆਂ ਵਾਸਤੇ ਖਤਰਨਾਕ ਹੈ। ਪਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਸਿੱਖਾਂ ਨੂੰ ਕੋਈ ਖਤਰਾ ਨਹੀਂ, ਸਿੱਖ ਇਸ ਤਰ੍ਹਾਂ ਹੀ ਭੁਗਦੇ ਰਹਿਣਗੇ। ਔਰ ਸਿੱਖ ਤੇ ਉਦੋਂ ਖਤਮ ਨਾ ਹੋਏ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਤੇ ਸਿੱਖਾਂ ਨੇ ਫਿਰ ਬਾਦਸ਼ਾਹੀਆਂ ਕਾਇਮ ਕੀਤੀਆਂ ਸੀਗੀਆਂ। ਮਤਲਬ ਮੰਨ ਲਈਏ ਕਿ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਤਲਬ ਕਾਬਜ਼ ਧਿਰ, ਜਿਵੇਂ ਆਪਾਂ ਕਹਿ ਲਈਏ ਕਿ ਅਕਾਲੀ ਦਲ ਬਾਦਲ ਦਾ ਧੜਾ ਹੀ ਮਜ਼ਬੂਤ ਰਹੇਗਾ। ਦੇਖੋ, ਪਹਿਲੀ ਤੇ ਗੱਲ ਇਹ ਕਹਿਣਾ ਕਿ ਕਾਬਜ਼ ਸ਼ਬਦ ਹੀ ਬੜਾ ਹੋਰ ਤਰ੍ਹਾਂ ਦਾ ਹੈ। ਇਹ ਸਿੱਖ ਸੰਗਤ ਜਿਹੜੀ ਆ, ਜਿਹੜੇ ਸਿੱਖ ਵੋਟਰ ਨੇ, ਜਿਹੜੇ ਉਹ ਇਹਨਾਂ ਦੀ ਚੋਣ ਕਰਦੇ ਨੇ, ਇਹਨਾਂ ਨੂੰ ਇਲੈਕਟ ਕਰਦੇ ਨੇ, ਉਹਨਾਂ ਦੇ ਹੱਕ 'ਚ ਫਤਵਾ ਦਿੰਦੇ ਨੇ। ਫਤਵਾ ਦੇਣ ਤੋਂ ਬਾਅਦ ਪ੍ਰਬੰਧ ਦੀ ਜਿਹੜੀ ਸੇਵਾ ਉਹਨਾਂ ਦੀ ਝੋਲੀ 'ਚ ਪਾਉਂਦੇ ਨੇ, ਤੇ ਲੰਬੇ ਸਮੇਂ ਤੋਂ ਤੁਰਿਆ ਹੈ। ਤੇ ਜਿਹੜੇ ਵਿਰੋਧੀ ਨੇ ਉਹ ਵੀ ਸਮੇਂ-ਸਮੇਂ ਤੇ ਜਦੋਂ ਚੋਣਾਂ ਆਉਂਦੀਆਂ ਨੇ ਜਾਂ ਪਹਿਲਾਂ ਵੀ ਕੋਸ਼ਿਸ਼ਾਂ ਕਰਦੇ ਰਹੇ ਨੇ, ਉਹਨਾਂ ਨੂੰ ਵੀ 100 ਸਾਲ ਹੀ ਹੋ ਗਿਆ ਹੈ ਲੱਗਿਆ ਨੂੰ ਵਿਰੋਧ 'ਚ ਖੜਨ ਦਾ, ਵਿਰੋਧ 'ਚ ਬੋਲਣ ਦਾ, ਤੇ 100 ਸਾਲ ਹੀ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸੇਵਾ ਨਿਭਾਉਂਦਿਆਂ। ਤੇ ਸਤਿਗੁਰੂ ਅੱਗੇ ਵੀ ਜਿਹੜੀ ਹੈ ਸੇਵਾ ਇਸੇ ਤਰ੍ਹਾਂ ਹੀ ਬਖਸ਼ਣਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੀ ਹੈ ਇਹ ਧਿਰਿਆ, ਉਹ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਉਹ ਕਰੇਗੀ। ਜੀ, ਸ਼ੁਕਰੀਆ ਬਲਟੋਆ ਸਾਹਿਬ, ਸਾਨੂੰ ਸਮਾਂ ਦੇਣ ਦੇ ਲਈ ਧੰਨਵਾਦ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਮੌਜੂਦ ਸਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਬਲਟੋਹਾ, ਜਿਨ੍ਹਾਂ ਨੇ ਦੱਸਿਆ ਕਿ ਆਰਐਸਐਸ, ਬੀਜੇਪੀ ਤੋਂ ਸਿੱਖਾਂ ਨੂੰ ਕੋਈ ਖਤਰਾ ਨਹੀਂ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਨਗੇ ਤਾਂ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਸਭਾ ਡਟ ਕੇ ਵਿਰੋਧ ਕਰਨਗੀਆਂ ਰਾਸ਼ਟਰੀ ਸਿੱਖ ਸੰਗਤ ਦਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।